ਜਿਹੜਾ ਸਭ ਤੋਂ ਵੱਡਾ ਜਾਪਾਨ ਦਾ ਨੋਟ ਹੈ, ਇਹ ਸਭ ਤੋਂ ਅਹਿਮ ਤੇ ਵੱਡਾ ਨੋਟ ਕਿ ਉਹ ਕਹਿੰਦੇ ਨਾ ਮੈਨੂੰ ਤੇਰੇ ਤੇ ਬੜਾ ਮਾਣ ਹੈ, ਇਹ ਉਹੀ ਮਾਣ ਹੈ। अस्सलाम वालेकुम। ਅੱਜ ਮੈਂ ਤੁਹਾਨੂੰ ਜੈਪਨੀਜ਼ ਕਰੰਸੀ ਮੁਤਾਰਫ ਕਰਾਵਾਂਗਾ। ਜੈਪਨੀਜ਼ ਕਰੰਸੀ ਨੂੰ ਯੈਨ ਕਹਿੰਦੇ ਨੇ, ਜਿਸ ਤਰ੍ਹਾਂ ਕਿ ਪਾਕਿਸਤਾਨ ਦੇ ਕਰੰਸੀ ਨੂੰ ਰੁਪਇਆ ਕਹਿੰਦੇ ਨੇ, US ਦੀ ਕਰੰਸੀ ਨੂੰ ਡਾਲਰ, UK ਦੀ ਕਰੰਸੀ ਨੂੰ ਪਾਉਂਡ, ਇਸ ਤਰ੍ਹਾਂ ਜਾਪਾਨ ਦੀ ਕਰੰਸੀ ਨੂੰ ਕਹਿੰਦੇ ਨੇ ਯੈਨ। ਇੱਕ ਯੈਨ ਤੋਂ ਸ਼ੁਰੂ ਕਰਨੇ ਆ। ਇਹ ਇੱਕ ਯੈਨ ਦਾ ਸਿੱਕਾ ਹੈ। ਇਸ ਤੋਂ ਬਾਅਦ ਆਉਂਦਾ ਹੈ 5 ਯੈਨ, ਇਹਨੂੰ ਆਖੀਦਾ ਗੋ ਯੈਨ ਜੈਪਨੀਜ਼ ਦੇ ਵਿੱਚ। ਇਸ ਤੋਂ ਬਾਅਦ ਆਉਂਦਾ ਹੈ 10 ਯੈਨ, ਇਹਨੂੰ ਆਖੀਦਾ ਜੂ ਯੈਨ ਜੈਪਨੀਜ਼ ਦੇ ਵਿੱਚ। ਇਸ ਤੋਂ ਬਾਅਦ ਆਉਂਦਾ ਹੈ 50 ਯੈਨ, ਇਹਨੂੰ ਆਖੀਦਾ ਗੋਜੂ ਯੈਨ। ਇਸ ਤੋਂ ਬਾਅਦ ਆਉਂਦਾ 100 ਯੈਨ, ਇਹਨੂੰ ਆਖੀਦਾ ਹਾਕੂ ਯੈਨ। ਇਸ ਤੋਂ ਬਾਅਦ ਆਉਂਦਾ 500 ਯੈਨ। ਇਹ ਜਾਪਾਨ ਦਾ ਸਭ ਤੋਂ ਵੱਡਾ ਸਿੱਕਾ 500 ਯੈਨ ਦਾ। ਇਹ ਪਾਕਿਸਤਾਨੀ ਤਕਰੀਬਨ ਅੱਜ ਦੇ ਰੇਟ ਦੇ ਮੁਤਾਬਕ ਮੇਰੇ ਖਿਆਲ 'ਚ ਕੋਈ 800 ਰੁਪਇਆ ਬਣੇਗਾ, 800-900 ਰੁਪਇਆ ਬਣੇਗਾ। ਠੀਕ ਹੈ, 8 ਤੇ 900 ਦੇ ਦਰਮਿਆਨ ਇਹਦੀ ਇਸ ਇੱਕ ਸਿੱਕੇ ਦੀ ਕੀਮਤ ਹੈ। ਇਹ ਸਭ ਤੋਂ ਵੱਡਾ ਜਾਪਾਨ ਦੇ ਵਿੱਚ ਸਿੱਕਾ ਹੁੰਦਾ ਹੈ। ਹੁਣ ਆਉਂਦੇ ਅਸੀਂ ਨੋਟ ਦੀ ਤਰਫ। ਸਭ ਤੋਂ ਪਹਿਲੇ ਆਉਂਦਾ 1000 ਯੈਨ। 1000 ਯੈਨ ਦਾ ਨੋਟ ਆਉਂਦਾ। ਠੀਕ ਹੈ, ਇਹ ਨੋਟ ਕਾਫੀ ਪੁਰਾਣਾ ਹੈ, ਲੇਕਿਨ ਜਾਪਾਨ ਦੇ ਵਿੱਚ ਜ਼ਿਆਦਾਤਰ ਨੋਟ ਜਿਹੜਾ ਨਾ ਬਟੂਆਂ ਦੇ ਵਿੱਚ ਸਿੱਧਾ ਰੱਖਿਆ ਜਾਂਦਾ, ਜਿਹਦੀ ਵਜ੍ਹਾ ਤੋਂ ਇਹ ਇੰਨੇ ਜ਼ਿਆਦਾ ਨਾ ਤਾਂ ਗੰਦੇ ਹੁੰਦੇ ਨੇ, ਨਾ ਹੀ ਚੁੜ ਮੁੜ ਹੁੰਦੇ ਨੇ। ਠੀਕ ਹੈ, 1000 ਯੈਨ ਤੋਂ ਬਾਅਦ ਆਉਂਦਾ 2000 ਯੈਨ ਦਾ ਇੱਕ ਨੋਟ ਹੁੰਦਾ ਸੀ, ਲੇਕਿਨ ਉਹ ਬੰਦ ਹੋ ਗਿਆ। ਉਹ ਹੁਣ ਬੈਂਕਾਂ 'ਚ ਚਲਾ ਗਿਆ, ਉਹ ਹੁਣ ਦੇਖਣ ਨੂੰ ਨਹੀਂ ਮਿਲਦਾ। 1000 ਯੈਨ ਤੋਂ ਬਾਅਦ ਡਾਇਰੈਕਟ ਆਉਂਦਾ 5000 ਯੈਨ ਦਾ ਨੋਟ। ਠੀਕ ਹੈ, 5000 ਯੈਨ। 5000 ਯੈਨ ਤੋਂ ਬਾਅਦ ਆਉਂਦਾ ਜਿਹੜਾ ਸਭ ਤੋਂ ਵੱਡਾ ਜਾਪਾਨ ਦਾ ਨੋਟ ਹੈ, ਇਹ ਸਭ ਤੋਂ ਅਹਿਮ ਤੇ ਵੱਡਾ ਨੋਟ। ਇਹਨੂੰ ਕਹਿੰਦੇ ਨੇ 10000 ਯੈਨ। ਜੈਪਨੀਜ਼ ਦੇ ਵਿੱਚ ਇਹਨੂੰ ਆਖਦੇ ਨੇ ਇੱਚੀ ਮਾਨ। ਮਾਨ ਯਾਨੀ ਕਿ ਉਹ ਕਹਿੰਦੇ ਨਾ ਮੈਨੂੰ ਤੇਰੇ ਤੇ ਬੜਾ ਮਾਣ ਹੈ, ਇਹ ਉਹੀ ਮਾਣ ਹੈ। ਇਹ ਪਾਕਿਸਤਾਨੀ ਤਕਰੀਬਨ ਅੱਜ ਦੀ ਡੇਟ 'ਚ ਸ਼ਾਇਦ 18000 ਰੁਪਇਆ ਬਣਦਾ ਹੈ। ਅਤੇ ਜਾਪਾਨ ਦੇ ਵਿੱਚ ਕਮ ਅਜ਼ ਕਮ ਤਨਖਾਹ ਇੱਕ ਮਜ਼ਦੂਰ ਦੀ ਇੰਨੀ ਹੋਣੀ ਚਾਹੀਦੀ ਹੈ, ਇੱਚੀ ਮਾਨ ਯਾਨੀ ਕਿ ਇੱਕ ਮਾਨ ਡੇਲੀ ਦਾ। ਇਹ ਇੱਕ ਨੋਟ ਤਨਖਾਹ ਹੋਣੀ ਚਾਹੀਦੀ। ਅਗਰ ਇਸ ਤੋਂ ਘੱਟ ਹੈ ਅਤੇ ਉਹ ਇੰਨੀ ਅੱਛੀ ਤਨਖਾਹ ਕੰਸੀਡਰ ਨਹੀਂ ਹੋਏਗੀ। ਮੈਂ ਜਿਹੜਾ ਕੰਮ ਕਰਨਾ ਵਾ ਫੂਡ ਡਿਲੀਵਰੀ ਦਾ, ਉਹਦੇ ਵਿੱਚ ਮੈਂ ਇਹ ਇੱਕ ਨੋਟ ਡੇਲੀ ਦਾ ਲਾਜ਼ਮੀ ਕਮਾ ਕੇ ਘਰ ਆਉਣਾ। ਇਸ ਤੋਂ ਵੀ ਕਦੀ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਂਦਾ ਹੈ, ਕਦੀ ਘੱਟ ਵੀ ਹੋ ਜਾਂਦਾ, ਲੇਕਿਨ ਕਿਉਂਕਿ ਮੇਰੀ ਆਪਣੀ ਮਰਜ਼ੀ ਹੁੰਦੀ ਹੈ ਅਤੇ ਮੈਂ ਇਸ ਵਜ੍ਹਾ ਤੋਂ ਘੱਟ ਵੱਧ ਕਰ ਲੈਂਦਾ। ਅਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਜਾਪਾਨ ਦੀ ਕਰੰਸੀ ਜਿਹੜੀ ਹੈ ਨਾ, ਉਹ ਬਿਲਕੁਲ ਸਾਫ਼ ਸੁਥਰੀ ਹੁੰਦੀ ਹੈ। ਜੈਪਨੀਜ਼ ਲੋਕ ਜਿਹੜੇ ਨੇ, ਇਹਨਾਂ ਦੇ ਜ਼ਿਆਦਾਤਰ ਬਟੂਏ ਨਾ ਸਿੱਧੇ ਬਟੂਏ ਹੁੰਦੇ ਨੇ। ਜ਼ਿਆਦਾਤਰ ਇਹ ਆਪਣੇ ਬਟੂਆਂ 'ਚ ਇਹਨਾਂ ਨੂੰ ਸਿੱਧਾ ਹੀ ਰੱਖਦੇ ਨੇ। ਇੱਥੇ ਇਹੋ ਜਿਹੇ ਬਟੂਆਂ ਦਾ ਸਟਾਈਲ ਹੁੰਦਾ ਹੈ। ਇਸ ਵਜ੍ਹਾ ਤੋਂ ਇਹ ਕਰੰਸੀ ਹੈ ਕਾਫੀ ਸਾਲ ਪੁਰਾਣੀ ਕਰੰਸੀ ਹੈ, ਲੇਕਿਨ ਇਹ ਬਿਲਕੁਲ ਸਾਫ਼ ਸੁਥਰੀ ਹੈ ਮੇਰੇ ਖਿਆਲ 'ਚ। ਕਿਉਂਕਿ ਮੈਂ ਦਾਅਵਾ ਤਾਂ ਕਿਸੇ ਚੀਜ਼ ਦਾ ਨਹੀਂ ਕਰ ਸਕਦਾ, ਲੇਕਿਨ ਹੁਣ ਤੱਕ ਮੈਂ ਜਿੰਨੀਆਂ ਕਰੰਸੀਆਂ ਵੇਖੀਆਂ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਸਾਫ਼ ਕਲੀਨ ਕਰੰਸੀ ਜਿਹੜੀ ਹੈ ਉਹ ਜਾਪਾਨ ਦੀ ਵੇਖੀ ਹੈ। ਹੁਣ ਕੁਝ ਬੰਦੇ ਕਹਿਣਗੇ ਜੀ ਡਾਲਰ ਵੀ ਬੜਾ ਸਾਫ਼ ਹੁੰਦਾ ਹੈ। ਜਿਹੜਾ ਵੱਡਾ ਨੋਟ ਹੁੰਦਾ ਨਾ, ਵੱਡਾ ਯਾਨੀ ਕਿ ਇਹ 10000 ਯੈਨ ਦਾ। ਵੱਡੇ ਨੋਟ ਜਿਹੜੇ ਨੇ ਉਹ ਘੱਟ ਗਰਦਿਸ਼ ਕਰਦੇ ਨੇ, ਜਿਹਦੀ ਵਜ੍ਹਾ ਤੋਂ ਉਹ ਸਾਫ਼ ਹੁੰਦੇ ਨੇ। ਗੱਲ ਆਉਂਦੀ ਹੈ ਮਤਲਬ ਕਿ ਛੋਟਿਆਂ ਨੋਟਾਂ 'ਤੇ ਨਾ, ਜਿਵੇਂ 1000 ਦਾ ਹੋ ਗਿਆ। ਹੁਣ ਇਹ ਸਿੱਕੇ ਵੇਖ ਲਓ ਤੁਸੀਂ, ਸਿੱਕੇ ਵੀ ਸਾਫ਼ ਸੁਥਰੇ ਨੇ। ਇਹ ਵੀ ਇੱਕ ਵਜ੍ਹਾ ਹੈ ਇੱਥੇ ਦੀ ਕਰੰਸੀ ਸਾਫ਼ ਹੋਣ ਦੀ। ਅਤੇ ਮਤਲਬ ਹੈ ਕਿ ਜੈਪਨੀਜ਼ ਲੋਕ ਕਾਫੀ ਸਫਾਈ ਪਸੰਦ ਹੁੰਦੇ ਨੇ।